ਬਿਸਮਿਲ੍ਲਾ ਰਹਿਮਾਨ ਰਹੀਮ। ਅੱਜ ਇਲੈਕਸ਼ਨ ਸਨ ਪੂਰੇ ਮੁਲਕ ਦੇ ਵਿੱਚ ਤੇ ਉਹਨਾਂ ਇਲੈਕਸ਼ਨਾਂ ਦੇ ਉੱਤੇ ਅਸੀਂ ਗੱਲ ਕਰਾਂਗੇ। ਔਰ ਇਹ ਗੱਲਬਾਤ ਦੇ ਵਿੱਚ ਜਿਹੜੀਆਂ ਚੀਜ਼ਾਂ ਅਸੀਂ ਡਿਸਕਸ ਕਰਾਂਗੇ ਉਹ ਕੁਝ ਪੁਆਇੰਟ ਹੈ। ਇੱਕ ਤਾਂ ਅਸੀਂ ਇਹ ਵੇਖਾਂਗੇ ਕਿ ਇਲੈਕਸ਼ਨ, ਇਹ ਜਿਹੜੇ ਪਿੱਛੇ ਆਮ ਇਲੈਕਸ਼ਨ ਹੋਏ ਨੇ ਉਹਨਾਂ ਦਾ ਕੀ ਤਸਲਸਲ ਹੈ, ਉਸੇ ਤਰ੍ਹਾਂ ਦੇ ਸ਼ਫਾਫ ਜਾਂ ਗੈਰ ਸ਼ਫਾਫ। ਦੂਸਰਾ ਅਸੀਂ ਇਹ ਵੇਖਾਂਗੇ ਕਿ ਕੀ ਇਹਨਾਂ ਇਲੈਕਸ਼ਨ ਨੇ ਕੋਈ ਨਵਾਂ ਟ੍ਰੈਂਡ ਬਣਾਇਆ ਕਿ ਹੁਕੂਮਤ ਦੀ ਫੇਵਰ 'ਚ ਨਹੀਂ ਜਾ ਰਹੇ ਨੇ ਜਾਂ ਹੁਕੂਮਤ ਦੇ ਹੱਕ 'ਚ ਜਾ ਰਹੇ ਨੇ ਇਹਨਾਂ ਦੇ ਵੱਲ। ਤੀਸਰਾ ਇਹ ਵੇਖਾਂਗੇ ਕਿ ਇਹਨਾਂ ਇਲੈਕਸ਼ਨਾਂ ਦੀ ਵਜ੍ਹਾ ਨਾਲ ਕਿਹੜੀ ਕਿਹੜੀ ਜਗ੍ਹਾ ਦੇ ਉੱਤੇ ਸ਼ਿਕਾਇਤ ਮੌਸੂਲ ਹੋਈਆਂ ਔਰ ਉਹਨਾਂ ਸ਼ਿਕਾਇਤ ਦੇ ਉੱਤੇ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਰਵੱਈਆ ਹੈ ਉਹ ਕੀ। ਔਰ ਫਿਰ ਜਿਹੜਾ ਪੁਆਇੰਟ ਹੈਗਾ ਵੀ ਉਹ ਇਹ ਅਸੀਂ ਵੇਖਾਂਗੇ ਕਿ ਇਹਨਾਂ ਇਲੈਕਸ਼ਨਾਂ ਦੇ ਵਿੱਚ ਜੋ ਕੁਝ ਹੋਇਆ ਜ਼ਿਮਨੀ ਇਲੈਕਸ਼ਨਾਂ 'ਚ ਉਹਦਾ ਉਹਦੇ ਨਤੀਜੇ ਦੇ ਵਿੱਚ ਕਿ ਮੁਲਕ ਦੇ ਵਿੱਚ ਇਸਤਹਿਕਾਮ ਆਏਗਾ ਜਾਂ ਪਹਿਲੇ ਤੋਂ ਜਿਹੜੇ ਅਦਮ ਇਸਤਹਿਕਾਮ ਔਰ ਸਿਆਸੀ ਗੈਰ ਯਕੀਨੀਪਨ ਹੈਗਾ ਵੀ ਉਹ ਮਜ਼ੀਦ ਵਧੇਗਾ। ਇਹ ਚੀਜ਼ਾਂ ਵੇਖਣ ਵਾਲੀਆਂ ਨੇ। ਤੇ ਫਿਰ ਇੱਕ ਤੋਂ ਵੱਡੇ ਚੈਲੰਜ ਵੀ ਨੇ ਜਿਨ੍ਹਾਂ ਦਾ ਅਸੀਂ ਆਖਰ ਤੇ ਆ ਕੇ ਜ਼ਿਕਰ ਕਰਾਂਗੇ। ਬੜੇ ਵੱਡੇ ਬੈਨ ਅਲ-ਅਕਵਾਮੀ ਚੈਲੰਜ ਪਾਕਿਸਤਾਨ ਨੂੰ ਲਾਹਕ ਹੋ ਗਏ ਨੇ। ਤੇ ਅਸੀਂ ਆਪਣੇ ਆਗਾਜ਼ ਕਰ ਰਹੇ ਹਾਂ ਕਿ ਇਸ ਦੌਰਾਨ ਅੱਜ ਮੇਰੀ ਸਾਰਾ ਦਿਨ ਜਿਹੜੇ ਸਾਡੇ ਰਿਪੋਰਟਰਸ ਨੇ ਔਰ ਦੋਸਤ ਨੇ ਜਿਹੜੇ ਕੈਮਰਾਮੈਨ ਨੇ ਉਹਨਾਂ ਨਾਲ ਗੱਲਬਾਤ ਹੁੰਦੀ ਰਹੀ। ਉਹਨਾਂ ਕੋਲ ਪੁੱਛਿਆ ਕਿ ਵੋਟਿੰਗ ਦੀ ਜਿਹੜੀ ਸ਼ਰ੍ਹਾ ਹੈ ਉਹ ਕੀ ਹੈਗੀ। ਤੇ ਜ਼ਿਆਦਾਤਰ ਦਾ ਇਹੀ ਜਵਾਬ ਸੀ ਕਿ 25 ਤੋਂ 30% ਜਿਹੜੇ ਲੋਕਾਂ ਨੇ ਵੋਟ ਪਾਇਆ ਹੈ। ਕਈ ਜਗ੍ਹਾ ਤੇ ਇਸ ਤੋਂ ਵੀ ਘੱਟ ਤਾਦਾਦ ਦੇ ਵਿੱਚ ਲੋਕ ਬਾਹਰ ਆਏ ਔਰ ਉਹਦੀ ਵਜ੍ਹਾ ਕੀ ਦੱਸੀ ਗਈ ਕਿ ਜਿਵੇਂ ਪਿਛਲੀ ਦਫਾ ਪੀਟੀਆਈ ਨੂੰ ਕੰਪੇਨ ਨਹੀਂ ਕਰਨ ਦਿੱਤੀ ਗਈ, ਇਸ ਦਫਾ ਉਹ ਵਾਲੀ ਸੂਰਤ ਹਾਲ ਤਾਂ ਨਹੀਂ ਸੀ, ਲੇਕਿਨ ਕੰਪੇਨ ਇਹਦੀ ਆਸਾਨ ਵੀ ਨਹੀਂ ਸੀ ਹੈਗੀ। ਪਾਬੰਦੀਆਂ ਹੈਗੀਆਂ ਸੀ, ਅਨਸੀਨ ਪਾਬੰਦੀਆਂ ਵੀ ਸਨ ਔਰ ਕੁਝ ਪਾਬੰਦੀਆਂ ਵੇਖੀਆਂ ਵੀ ਜਾ ਰਹੀਆਂ ਸੀ। ਮਸਲਨ ਇਲੈਕਸ਼ਨ ਤੋਂ 2 ਦਿਨ ਪਹਿਲੇ ਕਸੂਰ ਦੇ ਵਿੱਚ ਪੀਟੀਆਈ ਨੇ ਜਲਸਾ ਕੀਤਾ ਔਰ ਪੀਟੀਆਈ ਕਹਿੰਦੀ ਕਿ ਬੜਾ ਕਾਮਯਾਬ ਜਲਸਾ ਹੋਇਆ ਉੱਥੇ। ਲੇਕਿਨ ਉਸ ਜਲਸੇ ਦੇ ਨਤੀਜੇ 'ਚ ਹੋਇਆ ਕਿ ਪੀਟੀਆਈ ਦੇ 600 ਲੋਕਾਂ ਦੇ ਉੱਤੇ ਮੁਕੱਦਮਾ ਦਰਜ ਕਰ ਲਿਆ ਗਿਆ। ਔਰ ਦੱਸਿਆ ਜਾਂਦਾ ਹੈ ਕਿ ਮੁਕੱਦਮਾ ਦਰਜ ਕਰਨ ਦੀ ਵਜ੍ਹਾ ਇਹ ਵੀ ਕਿ ਇਹਨਾਂ ਨੇ ਇਜਾਜ਼ਤ ਨਹੀਂ ਸੀ ਲਈ। ਹੁਣ ਇਹ ਵੀ ਅਸੀਂ ਵੇਖਿਆ ਕਿ ਕਈ ਜਗ੍ਹਾ ਤੇ ਜਿੱਥੇ ਦਰਖਾਸਤ ਦਿੱਤੀ ਇਜਾਜ਼ਤ ਲੈਣ ਦੀ, ਉੱਥੇ ਇਜਾਜ਼ਤ ਹੀ ਨਹੀਂ ਮਿਲੀ। ਕਈ ਹਲਕੇ ਐਸੇ ਨੇ। ਤੇ ਫਿਰ ਮੁਲਕ ਦੇ ਵਿੱਚ ਐਸੇ ਵੀ ਅਸੀਂ ਵੇਖਿਆ ਕਿ ਉਧਰੋਂ ਕੰਪੇਨ ਹੈ, ਜਲਸੇ ਹੋਣੇ ਚਾਹੀਦੇ ਨੇ, ਸਿਆਸੀ ਅਮਲ ਹੈ, ਲੇਕਿਨ ਦਫਾ 144 ਨਾਫਜ਼ ਹੈ। ਦਫਾ 144 ਦਾ ਮਤਲਬ ਹੈ ਕਿ ਆਇਨ ਦੇ ਕੁਝ ਜਿਹੜੇ ਬੁਨਿਆਦੀ ਇਨਸਾਨੀ ਹਕੂਕ ਦੇ ਮੁਤਲਕ ਜਿਹੜੇ ਸ਼ਿੱਕਾਂ ਹੈਗੀਆਂ ਨੇ ਉਹ ਮੁਅੱਤਲ ਨੇ। ਤੁਹਾਨੂੰ ਇਜਤਮਾ ਦਾ ਹੱਕ ਨਹੀਂ ਹੈਗਾ, ਇਜ਼ਹਾਰੇ ਰਾਏ ਦਾ ਹੱਕ ਨਹੀਂ ਹੈਗਾ, ਤੁਹਾਨੂੰ ਕਨਵਿੰਸਿੰਗ ਦਾ ਹੱਕ ਨਹੀਂ ਹੈਗਾ। ਤੇ ਇਹਦੇ ਵਿੱਚ ਜਮਹੂਰੀਅਤ ਔਰ ਦਫਾ 144 ਇੱਕ ਦੂਸਰੇ ਦੇ ਮੁਤਜ਼ਾਦ ਨੇ। ਤੇ ਇਹਦੇ ਇਸ ਸੂਰਤ ਹਾਲ ਦੇ ਵਿੱਚ ਜਿਹੜਾ ਇਲੈਕਸ਼ਨ ਦੀ ਕੰਪੇਨ ਹੈ ਉਹ ਇੱਕ ਦੋ ਜਮਾਤਾਂ ਜਿਹੜੀਆਂ ਹਕੂਮਤੀ ਨੇ ਉਹ ਖੁੱਲ੍ਹ ਕੇ ਕੰਪੇਨ ਕਰ ਰਹੀਆਂ ਨੇ ਔਰ ਆਪੋਜੀਸ਼ਨ ਜਿਹੜੀਆਂ ਜਮਾਤਾਂ ਨੇ ਉਹਨਾਂ ਨੂੰ ਕੰਪੇਨ ਦੀ ਇਜਾਜ਼ਤ ਨਹੀਂ ਮਿਲਦੀ। ਤੇ ਫਿਰ ਇਹ ਇਲੈਕਸ਼ਨ ਦੀ ਸ਼ਫਾਫੀਅਤ ਦੇ ਉੱਤੇ ਐਸਾ ਸਵਾਲ ਹੈ ਕਿ ਜਿਹੜਾ ਇੱਕ ਦਫਾ ਫਿਰ ਮੁੜ ਕੇ ਇਲੈਕਸ਼ਨ ਕਮਿਸ਼ਨ ਵੱਲ ਜਾਂਦਾ ਹੈ। ਇਲੈਕਸ਼ਨ ਕਮਿਸ਼ਨ ਨੂੰ ਬਾਰ-ਬਾਰ ਕਈ ਸਵਾਲ ਉਹਦੇ ਮੇਜ਼ ਦੇ ਉੱਤੇ ਅੱਗੇ ਵੀ ਪਏ ਨੇ। ਉਹ ਸਿਸਕੀਆਂ ਲੈਣ ਡਏ ਨੇ ਕਿ ਸਾਡੇ ਵੱਲ ਤਵੱਜੋ ਦਿੱਤੀ ਜਾਵੇ, ਸਾਡੀ ਕੋਈ ਮਰਹਮ ਪੱਟੀ ਕੀਤੀ ਜਾਵੇ। ਤੇ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੇ ਕੰਨਾਂ 'ਚ ਰੂਹ ਪਾਈ ਤੇ ਉਹ ਗੱਲ ਨਹੀਂ ਕੋਈ ਸੁਣਦਾ ਪਿਆ। ਤੇ ਇਹ ਨਵੀਂ ਸੂਰਤ ਹਾਲ ਵੀ ਫਿਰ ਇੱਕ ਦਫਾ ਸਾਹਮਣੇ ਆ ਗਈ। ਫਿਰ ਇਹ ਵੇਖਿਆ ਗਿਆ ਕਿ ਕਈ ਜਗ੍ਹਾ ਤੋਂ ਇਹ ਸ਼ਿਕਾਇਤ ਮਿਲੀ ਬਕਾਇਦਾ ਤੌਰ ਤੇ, ਇਲੈਕਸ਼ਨ ਕਮਿਸ਼ਨ ਨੂੰ ਵੀ ਦਰਜ ਕਰਵਾਤੀ ਗਈ ਸ਼ਿਕਾਇਤ ਕਿ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਨੇ ਉਹਨਾਂ ਨੇ ਆਪਣੇ ਪੋਲਿੰਗ ਸਟੇਸ਼ਨਾਂ ਤੋਂ ਪਹਿਲੇ ਹੀ ਫਾਰਮ 145 ਦਸਤਖਤ ਕਰਕੇ ਬਲੈਂਕ ਚੈੱਕ ਵਾਂਗੂ ਬਲੈਂਕ ਉਹਦੇ ਉੱਤੇ ਕੋਈ ਰਿਜ਼ਲਟ ਨਹੀਂ ਲਿਖੇ, ਕੋਈ ਨਹੀਂ ਲਿਖਿਆ ਕਿ ਕਿਹੜੇ ਕੈਂਡੀਡੇਟ ਨੂੰ ਕਿੰਨੇ ਰਿਜ਼ਲਟ ਵੋਟ ਪਏ ਤੇ ਉਹ ਉਹਨਾਂ ਨੇ ਪ੍ਰੈਜ਼ਾਈਡਿੰਗ ਅਫਸਰ ਦੇ ਹਵਾਲੇ ਕਰ ਦਿੱਤੇ। ਅੱਛਾ, ਇਹਦਾ ਕੀ ਮਤਲਬ? ਤੇ ਉਹ ਪ੍ਰੈਜ਼ਾਈਡਿੰਗ ਅਫਸਰ ਜਿਹੜਾ ਹੈ ਉਹ ਰਿਟਰਨਿੰਗ ਅਫਸਰ ਨੂੰ ਦੇ ਰਿਹਾ। ਇਹਦਾ ਕੀ ਮਤਲਬ? ਕਿਹਾ ਗਿਆ ਕਿ ਜਨਾਬ ਇਸ ਵਾਸਤੇ ਅਸੀਂ ਇਹ ਕਰਨ ਡਏ ਹਾਂ ਕਿ ਉਹ ਸ਼ਾਮ ਨੂੰ ਫਿਰ ਰਸ਼ ਹੋ ਜਾਂਦਾ ਵੇ, ਟਾਈਮ ਨਹੀਂ ਮਿਲਦਾ ਤੇ ਉਹ ਇਬਹਾਮ ਪੈਦਾ ਹੋ ਜਾਂਦਾ ਹੈ ਵੀ ਜਦੋਂ ਤੁਸੀਂ ਇੱਕ ਖਾਲੀ ਚੈੱਕ ਇੱਕ ਤਰ੍ਹਾਂ ਦਾ ਨਹੀਂ ਲਿਆ ਉਹਨਾਂ ਕੋਲੋਂ ਜਿਹੜਾ ਪੋਲਿੰਗ ਦਾ ਅਮਲਾ ਹੈ ਤੇ ਉਹਦੇ 'ਚ ਜਿੰਨੀ ਮਰਜ਼ੀ ਰਕਮ ਭਰ ਲਵੋ। ਇਹਦਾ ਮਤਲਬ ਤਾਂ ਇਹੀ ਹੋਇਆ ਨਾ ਕਿ ਜਿਹੜਾ ਤਜਰਬਾ ਪਿਛਲੀ ਦਫਾ ਹੋਇਆ ਜਿਹਦੇ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਫਾਰਮ 45 ਦੇ ਵਿੱਚ ਰੱਦੋ ਬਦਲ ਕੀਤਾ ਗਿਆ, ਤੁਸੀਂ ਐਤਕੀ ਉਸ ਇਤਰਾਜ਼ ਤੋਂ ਬਚਣ ਵਾਸਤੇ ਉਹਨਾਂ ਕੋਲੋਂ ਪਹਿਲੇ ਦਸਤਖਤ ਕਰਵਾ ਕੇ ਤੇ ਫਾਰਮ 45 ਲੈ ਲਏ। ਤੇ ਇਹ ਇਲੈਕਸ਼ਨ ਦੀ ਜਿਹੜੇ ਜ਼ਿਮਨੀ ਇਲੈਕਸ਼ਨ ਨੇ ਇਹਦੀ ਸ਼ਫਾਫੀਅਤ ਦੇ ਉੱਤੇ ਫਿਰ ਇੱਕ ਹੋਰ ਸਵਾਲ ਹੈ। ਜਿਹੜਾ ਪਹਿਲੇ ਸਵਾਲ ਪਿਆ ਸੀ
ਇੱਕ ਨਵਾਂ ਸਵਾਲ ਹੋਰ ਇਲੈਕਸ਼ਨ ਕਮਿਸ਼ਨ ਦੀ ਟੇਬਲ ਦੇ ਉੱਤੇ ਪਿਆ। ਫਿਰ ਇੱਕ ਇਹ ਵੀ ਅਸੀਂ ਵੇਖਿਆ ਇੱਕ ਜਗ੍ਹਾ ਤੇ ਵੀਡੀਓਜ਼ ਮੌਜੂਦ ਨੇ ਤੇ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਉਹ ਆਈਆਂ ਹੋਈਆਂ ਨੇ, ਔਰ ਉਮੀਦ ਹੈ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਉਹਦੇ ਤੱਕ ਵੀ ਪਹੁੰਚ ਜਾਂਦੀ ਹੈ ਕਿ ਇੱਕ ਜਗ੍ਹਾ ਤੇ ਪੁਲਿਸ ਔਰ ਉਹਦੇ ਅਮਲੇ ਦੀ ਨਿਗਰਾਨੀ ਦੇ ਵਿੱਚ ਠੱਪੇ ਲੱਗ ਰਹੇ ਨੇ, ਔਰ ਉਹ ਠੱਪੇ ਕੌਣ ਲਾ ਰਹੇ ਨੇ? ਸਰਕਾਰੀ ਪਾਰਟੀ ਦੇ ਲੋਕ ਲਗਾ ਰਹੇ ਨੇ। ਤੇ ਇਹ ਵੀ ਸਾਹਮਣੇ ਗੱਲ ਆ ਗਈ। ਹੁਣ ਇਹਦੇ ਉੱਤੇ ਕੌਣ ਕਰੇ ਜੀ ਅਮਲ ਦਰਾਮਦ? ਕੌਣ ਦੇਖੇ ਕਿ ਕਿਉਂ ਹੋ ਰਿਹਾ ਸੀ? ਕੋਈ ਜਵਾਬ ਦੇਣ ਵਾਲਾ ਹੀ ਨਹੀਂ ਹੈਗਾ। ਜੇ ਇਖਤਿਆਰ ਮੰਗਣ ਵਾਲੇ ਇਸ ਮੁਲਕ ਦੇ ਵਿੱਚ ਬੇਸ਼ੁਮਾਰ ਲੋਕ ਨੇ, ਕਲੇਮ ਕਰਨ ਵਾਲੇ ਕਿ ਮੈਂ ਇਸ ਅਹੁਦੇ ਦੇ ਉੱਤੇ ਹੈਗਾ ਵਾਂ, ਮੈਂ ਫਲਾਣੇ ਅਹੁਦੇ ਤੇ ਹੈਗਾ ਵਾਂ, ਲੇਕਿਨ ਜਦੋਂ ਜ਼ਿੰਮੇਵਾਰੀ ਦੀ ਗੱਲ ਆਉਂਦੀ ਤਾਂ ਜ਼ਿੰਮੇਵਾਰੀ ਨਿਭਾਉਣ ਵਾਲਾ ਕੋਈ ਵੀ ਨਹੀਂ ਹੈਗਾ। ਫਿਰ ਇੱਕ ਦੂਜੇ ਤੇ ਸੱਟਦੇ ਨੇ। ਜ਼ਿਲ੍ਹੀ ਇੰਤਜ਼ਾਮੀਆ ਪੁਲਿਸ ਤੇ ਸੱਟੇਗੀ, ਪੁਲਿਸ ਜ਼ਿਲ੍ਹੀ ਇੰਤਜ਼ਾਮੀਆ ਤੇ ਸੱਟੇਗੀ, ਜ਼ਿਲ੍ਹੀ ਇੰਤਜ਼ਾਮੀਆ ਅੱਗੋਂ ਫਿਰ ਇਲੈਕਸ਼ਨ ਕਮਿਸ਼ਨ ਤੇ ਸੱਟੇਗੀ, ਇਲੈਕਸ਼ਨ ਕਮਿਸ਼ਨ ਕਿਸੇ ਹੋਰ ਤੇ ਸੱਟੇਗਾ, ਹੋਰ ਕੋਈ ਕਿਸੇ ਹੋਰ ਤੇ ਸੱਟੇਗਾ। ਤੇ ਇੱਥੇ ਤਾਂ ਇਸੇ ਤਰ੍ਹਾਂ ਹੋ ਗਿਆ। ਫਿਰ ਇੱਕ ਜਿਹੜੀ ਗੱਲ ਹੈ ਕਿ ਨਾਰੋਵਾਲ ਦੇ ਵਿੱਚ ਝਗੜਾ ਹੋਇਆ, ਔਰ ਉਸ ਝਗੜੇ ਦੇ ਵਿੱਚ ਇੱਕ ਪੋਲੀਟੀਕਲ ਕਾਰਕੁਨ ਜਿਹੜਾ ਵੇ ਬਰਸਰ ਇਕਤਦਾਰ ਜਮਾਤ ਦਾ, ਉਹ ਮਾਰਿਆ ਗਿਆ। ਇਹ ਅਫਸੋਸਨਾਕ ਬਾਤ। ਸਿਆਸੀ ਕਾਰਕੁਨ ਜਿਹੜੇ ਹੁੰਦੇ ਨੇ ਉਹ ਬੇਲੌਸ ਜਮਹੂਰੀਅਤ ਦੇ ਕਰਿੰਦੇ ਹੁੰਦੇ, ਉਹਨਾਂ ਦੀ ਮੌਤ ਜਾਂ ਉਹਨਾਂ ਦੀ ਕੈਦ ਜਾਂ ਉਹਨਾਂ ਉੱਤੇ ਕੋਈ ਮੁਸੀਬਤ ਬਣੇ, ਉਹਨਾਂ ਨਾਲ ਕੋਈ ਜ਼ਿਆਦਤੀ ਹੋਵੇ, ਇਹ ਜਮਹੂਰੀ ਨਿਜ਼ਾਮ ਵਾਸਤੇ ਖਰਾਬੀ ਦਾ ਬਾਇਸ ਹੈ। ਤੇ ਇਹ ਕਿਉਂ ਹੋਇਆ? ਇਹ ਬਾਕੀ ਵਜੂਹਾਤ ਆਪਣੀ ਜਗ੍ਹਾ ਤੇ ਕਿ ਮੌਕੇ ਦੇ ਉੱਤੇ ਕੀ ਹਾਲਾਤ ਸਨ, ਕਿਉਂ ਹੋਏ, ਕਿੰਨੇ ਮਾਰਿਆ, ਇਹ ਆਪਣੀ ਗੱਲ। ਲੇਕਿਨ ਇੱਥੋਂ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਜਿਹੜੇ ਇਦਾਰਿਆਂ ਨੂੰ ਅਮਨੋ ਅਮਾਨ ਦੀ ਸੂਰਤ ਹਾਲ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਹ ਆਪਣਾ ਬੁਨਿਆਦੀ ਫਰਜ਼ ਛੱਡ ਕੇ ਉਹ ਠੱਪੇ ਲਾਉਣ ਵਾਸਤੇ ਕੰਮ ਕਰਨ ਡਏ ਸੀ। ਤੇ ਫਿਰ ਲੋਕਾਂ ਦੀ ਹਿਫਾਜ਼ਤ ਕਿਹਨੇ ਕਰਨੀ? ਝਗੜਾ ਹੋਇਆ, ਉਹ ਵਿਚਾਰਾ ਮਾਰਿਆ ਗਿਆ, ਉਹਦੇ ਬੀਵੀ ਬੱਚੇ ਹੋਣਗੇ ਪਿੱਛੇ, ਅੱਜ ਕੋਈ ਉਹਨਾਂ ਦੇ ਅਥਰੂ ਪੂੰਝ ਲਵੇਗਾ, ਕੱਲ ਕੌਣ ਪੂੰਝੇਗਾ? ਸਿਆਸੀ ਲੋਕ, ਸਿਆਸੀ ਲੀਡਰ ਤਾਂ ਸਾਡੇ ਐਸੇ ਨੇ, ਇਹਨਾਂ ਦੇ ਸਿਆਸੀ ਅਖਲਾਕੀਆਤ ਹੈਗੀ ਹੀ ਨਹੀਂ ਇਹਨਾਂ ਦੇ ਵਿੱਚ। ਇਹ ਕੱਲ ਨੂੰ ਉਹਦੇ ਘਰ ਨਹੀਂ ਜਾਣਗੇ, ਅੱਜ ਜਾਣਗੇ ਤਸਵੀਰਾਂ ਉਤਰਵਾਉਣ ਵਾਸਤੇ ਉਸ ਕਾਰਕੁਨ ਤੇ ਕੋਈ ਅਸ਼ਕਸ਼ੋਈ ਨਹੀਂ ਉਹਦੇ ਬੱਚੇ ਦੀ ਕਰੇ। ਫਿਰ ਇੱਕ ਹੋਰ ਮਾਮਲਾ ਜਿਹੜਾ ਉਹ ਇਹ ਵੀ ਕਿ ਜਨਾਬ ਅਸੀਂ ਇਹ ਜਾਇਜ਼ਾ ਲੈਂਦੇ ਹਾਂ ਕਿ ਜਿਹੜੇ ਇਲੈਕਸ਼ਨ ਨੇ ਇਹ ਹੋ ਤਾਂ ਗਏ ਨੇ ਜ਼ਿਮਨੀ, ਇਹਦੇ ਰਿਜ਼ਲਟ ਵੀ ਚਲੋ ਹੁਕੂਮਤ ਜਿੱਤ ਗਈ, ਅਸੀਂ ਇਹ ਵੀ ਗੱਲ ਮੰਨ ਲਈ, ਪਰ ਜਿੱਤਣ ਤੋਂ ਬਾਅਦ ਹੁਕੂਮਤ ਦੀ ਨੇਕਨਾਮੀ 'ਚ ਇਜ਼ਾਫਾ ਕੀ ਹੋਵੇਗਾ? ਖੈਰ ਇਹ ਵੀ ਮੈਂ ਐਵੇਂ ਗੱਲ ਕਰਨ ਡਿਆ ਵਾਂ ਤੇ ਮੁਮਕਿਨ ਹੈ ਹੁਕੂਮਤ ਨੂੰ ਨੇਕਨਾਮੀ ਦੇ ਵਿੱਚ ਦਿਲਚਸਪੀ ਨਾ ਹੋਵੇ, ਉਹ ਚਾਹੁੰਦੀ ਹੀ ਨਾ ਹੋਵੇ ਕਿ ਉਹਦੀ ਨੇਕਨਾਮੀ ਹੋਵੇ। ਤੇ ਅਗਰ ਤਾਂ ਇਹ ਵਾਲੀ ਗੱਲ ਹੈ ਤੇ ਫਿਰ ਤਾਂ ਅਸੀਂ ਕਹਿੰਦੇ ਕਿ ਠੀਕ ਹੈ ਜੀ, ਜਿਵੇਂ ਤੁਹਾਡੀ ਮਰਜ਼ੀ। ਪਰ ਜੇ ਜਮਹੂਰੀਅਤ ਦੀ ਥੋੜੀ ਬਹੁਤੀ ਸਾਖ ਕੋਈ ਰੱਖਣਾ ਚਾਹੁੰਦਾ ਪਾਕਿਸਤਾਨ ਦੇ ਵਿੱਚ, ਮੈਂ ਕੋਈ ਵੀ ਗੱਲ ਕਰਨਾ, ਕੋਈ ਰੱਖਣਾ ਚਾਹੁੰਦਾ ਹੋਵੇ ਪਾਕਿਸਤਾਨ ਦੇ ਵਿੱਚ ਕਿ ਜਮਹੂਰੀਅਤ ਦੀ ਇੱਕ ਥੋੜੀ ਜਿਹੀ ਸਾਖ ਰਹਿ ਜਾਵੇ, ਕੋਈ ਓਲਾ ਰਹਿ ਜਾਵੇ ਕਿਸੇ ਨਾ ਕਿਸੇ ਜਗ੍ਹਾ ਤੇ, ਲੋਕਾਂ ਦੀ ਵੀ ਜਿਹੜੀ ਇਹ ਗੱਲ ਹੋਵੇ, ਇਹ ਤਸਲੀਮ ਕੀਤਾ ਜਾਵੇ ਕਿ ਪਾਕਿਸਤਾਨ ਐਸਾ ਮੁਲਕ ਹੈ ਕਿ ਜਿੱਥੇ ਚਲੋ 100% ਨਹੀਂ 25% ਹੀ ਲੋਕਾਂ ਦੀ ਮੰਨੀ ਜਾਂਦੀ, ਉਹਨਾਂ ਦੇ ਮੈਂਡੇਟ ਨੂੰ ਮੰਨਿਆ ਜਾਂਦਾ ਹੈ। ਤੇ ਫਿਰ ਇਹ ਹਾਲਾਤ ਜਿਹੜੇ ਨੇ ਇਹ ਠੀਕ ਨਹੀਂ ਹੈਗੇ। ਤੇ ਫਿਰ ਜਿਹੜੀ ਮੈਂ ਗੱਲ ਅੱਗੇ ਤੁਹਾਨੂੰ ਸ਼ੁਰੂ ਦੇ ਵਿੱਚ ਕਹੀ ਸੀ ਨਾ ਕਿ ਪਾਕਿਸਤਾਨ ਨੂੰ ਇੱਕ ਬਹੁਤ ਵੱਡੇ ਬੈਨ ਅਲ-ਅਕਵਾਮੀ ਚੈਲੰਜ ਦਾ ਸਾਹਮਣਾ, ਉਹ ਇੱਕ ਖਬਰ ਦੀ ਸੂਰਤ ਦੇ ਵਿੱਚ ਕੱਲ੍ਹ ਸਭ ਆਇਆ। ਅੱਜ ਉਹਦੇ ਤੇ ਪੂਰਾ ਦਿਨ ਤਬਸਰੇ ਹੋਏ, ਔਰ ਮੇਰਾ ਖਿਆਲ ਅਗਲੇ ਚੰਦ ਦਿਨਾਂ ਦੇ ਵਿੱਚ ਇਹ ਇਸ਼ੂ ਵੱਡਾ ਬਣ ਜਾਏਗਾ ਮਜ਼ੀਦ। ਵੈਸੇ ਤਾਂ ਐਡਾ ਹੀ ਵੱਡਾ ਕਿ ਪਹਿਲੇ ਦਿਨ ਹੀ ਬਹੁਤ ਨੁਮਾਇਆ ਹੋ ਕੇ ਉਹ ਇਸ਼ੂ ਸਾਹਮਣੇ ਆਇਆ। ਉਹ ਹੈਗਾ ਕਿ ਅਮਰੀਕਾ ਨੇ 4 ਐਸੀਆਂ ਕੰਪਨੀਆਂ ਨੇ, 3 ਚੀਨੀ ਤੇ 1 ਬੈਲਾਰੂਸ ਦੀ, ਜਿਨ੍ਹਾਂ ਦੇ ਉੱਤੇ ਇਲਜ਼ਾਮ ਲਾਇਆ ਕਿ ਉਹ ਪਾਕਿਸਤਾਨ ਨੂੰ ਜਿਹੜੇ ਬੈਲਿਸਟਿਕ ਮਿਜ਼ਾਈਲ ਨੇ, ਜਿਹੜੇ ਐਟਮੀ ਹਥਿਆਰ ਵੀ ਲਿਜਾ ਸਕਦੇ ਨੇ, ਔਰ ਜਿਹੜੇ ਖਲਾਈ ਤਹਿਕੀਕ ਵਾਸਤੇ ਇਸਤੇਮਾਲ ਹੋ ਸਕਦੇ ਨੇ, ਉਹ ਵਾਲੇ ਪੁਰਜੇ ਦੇਣ ਦੇ ਜੁਰਮ ਦੇ ਵਿੱਚ ਉਹਨਾਂ ਤੇ ਪਾਬੰਦੀਆਂ ਲਾ ਦਿੱਤੀਆਂ ਅਮਰੀਕਾ ਨੇ। ਇਹ ਛੋਟੀ ਗੱਲ ਨਹੀਂ, ਇਹ ਗੱਲ ਅੱਗੇ ਦੀ। ਔਰ ਇਹ ਮੈਂ ਫਿਰ ਇੱਕ ਅੱਧੇ ਦਿਨ 'ਚ ਵੀਲੌਗ ਕਰਾਂਗਾ ਅਲੱਗ ਤੋਂ, ਕਿਉਂਕਿ ਇਹਦੇ ਵਿੱਚ ਮਾਮਲਾ ਆਉਣਾ ਨਹੀਂ, ਤੇ ਫਿਰ ਇਨਸ਼ਾਅੱਲਾ ਗੱਲ ਕਰਾਂਗੇ। ਲੇਕਿਨ ਇਹ ਚੈਲੰਜ ਨੂੰ ਸਾਹਮਣੇ ਰੱਖ ਕੇ ਹੋਰ ਵੀ ਬੜੇ ਸਾਰੇ ਚੈਲੰਜ, ਤੇ ਇਹ ਸੂਰਤ ਹਾਲ ਦੇ ਵਿੱਚ ਇਹ ਜਿਹੜੀ ਐਕਸਰਸਾਈਜ਼ ਕੀਤੀ ਗਈ ਇਲੈਕਸ਼ਨ ਦੀ, ਮੇਰੇ ਖਿਆਲ ਹੈ ਕਿ ਇਹਦੇ ਵਿੱਚੋਂ ਨਿਕਲਣਾ ਕੁਛ ਨਹੀਂ ਹੈਗਾ ਸਿਵਾਏ ਇਹਦੇ ਕਿ ਜਮਹੂਰੀਅਤ ਦੇ ਸਾਫ਼ ਦਾਮਨ ਦੇ ਉੱਤੇ ਇੱਕ ਹੋਰ ਛਿੱਟਾ ਲੱਗ ਗਿਆ, ਤੇ ਇਲੈਕਸ਼ਨ ਕਮਿਸ਼ਨ ਦੀ ਟੇਬਲ ਦੇ ਉੱਤੇ ਜਿਹੜੇ ਪਹਿਲੇ ਦੇ ਸਵਾਲ ਨੇ ਉਹਨਾਂ 'ਚ ਇੱਕ ਹੋਰ ਸਵਾਲ ਦਾ ਇਜ਼ਾਫਾ ਹੋ ਗਿਆ, ਤੇ ਇਲੈਕਸ਼ਨ ਕਮਿਸ਼ਨਰ ਮੌਜਾਂ ਮਾਣਦਾ। ਜਿੰਦੇ ਰਹੋ, ਵਸਦੇ ਰਹੋ। ਇੱਕ ਗੱਲ ਯਾਦ ਰੱਖੋ,
ਉਹ ਮੈਂ ਤੁਹਾਡੇ ਵਾਸਤੇ ਵੀਡੀਓ ਬਣਾ ਰਿਹਾ ਤੇ ਸਬਸਕ੍ਰਾਈਬ ਜ਼ਰੂਰ ਕਰੋ। ਮਿਹਰਬਾਨੀ।